ਨਫਸ ਦੀਆਂ ਪੋਸ਼ਾਕਾਂ ਲਾ ਕੇ ਪਾਇਆ ਇਸ਼ਕ ਦਾ ਚੋਲਾ। अस्सलामु अलैकुम वरहमतुल्लाहि वबरकातुहू। ਅੱਜ ਦੇ ਇਸ ਰੂਹਾਨੀ ਪੇਸ਼ਕਸ਼ ਦਾ ਦਿਲ ਤੋਂ ਖੁਸ਼ਾਮਦੀਦ ਹੈ। ਅੱਜ ਅਸੀਂ ਹਜ਼ਰਤ ਫਕੀਰ ਤਾਬਿਸ਼ ਕਮਾਲ ਦੀਆਂ ਅਜ਼ੀਮ ਤਾਲੀਮਾਤ ਤੇ ਗੌਰ ਕਰਨਾ ਹੈ। ਇਹ ਇੱਕ ਐਸਾ ਸਫ਼ਰ ਹੈ ਜੋ ਅਨਾ ਦੇ ਭਾਰੀ ਖੌਲ ਤੋਂ ਨਿਕਲ ਕੇ ਉਸ ਸੱਚੀ ਜ਼ਾਤੇ ਹਕੀਕੀ ਤੱਕ ਜਾਂਦਾ ਹੈ। ਸਫ਼ਰ ਥੋੜਾ ਆਸਾਨ ਨਹੀਂ, ਪਰ ਯਕੀਨ ਜਾਨੋ ਇਸ ਅੰਦਰੂਨੀ ਤਬਦੀਲੀ ਨੂੰ ਸਮਝਣਾ ਹੀ ਸੱਚੀ ਰੂਹਾਨੀਅਤ ਦੀ ਅਸਲ ਬੁਨਿਆਦ ਹੈ। ਇਹ ਮਾਲੂਮਾਤ ਤੁਹਾਨੂੰ ਸਪਿਰਿਚੁਅਲ ਯੂਨੀਵਰਸਿਟੀ ਪਾਕਿਸਤਾਨ ਦੀ ਤਰਫੋਂ ਪੇਸ਼ ਕੀਤੀ ਜਾਂਦੀ ਹੈ। ਇਹ ਉਹ ਅਜ਼ੀਮ ਇਦਾਰਾ ਹੈ ਰੂਹਾਨੀ ਇਲਮ, ਸੂਫੀ ਫਿਕਰ ਔਰ ਆਗਾਹੀ ਨੂੰ ਆਮ ਕਰਨ ਲਈ ਦਿਲੋਂ ਜਾਨ ਤੋਂ ਪੁਰਅਜ਼ਮ ਹੈ। ਉਹਨਾਂ ਦਾ ਮਕਸਦ ਬੜਾ ਸਿੱਧਾ ਜਿਹਾ ਹੈ ਕਿ ਇਨਸਾਨੀਅਤ ਆਪਣੀ ਅਸਲੀ ਪਹਿਚਾਨ ਔਰ ਉਸ ਪਾਕ ਜ਼ਾਤ ਨਾਲ ਆਪਣੇ ਰਿਸ਼ਤੇ ਨੂੰ ਬਿਹਤਰ ਔਰ ਵਾਜ਼ੇ ਤਰੀਕੇ ਨਾਲ ਸਮਝ ਸਕੇ। ਨਫਸ ਦੀਆਂ ਪੋਸ਼ਾਕਾਂ ਲਾ ਕੇ ਪਾਇਆ ਇਸ਼ਕ ਦਾ ਚੋਲਾ, ਹਰਦਮ ਤੂੰ ਦਾ ਪਾਠ ਪਾਇਆ ਮੁੱਕਿਆ ਮੈਂ ਦਾ ਰੌਲਾ। ਨਫਸ ਦੀਆਂ ਪੋਸ਼ਾਕਾਂ ਲਹ ਕੇ ਪਾਇਆ ਇਸ਼ਕ ਦਾ ਚੋਲਾ, ਹਰਦਮ ਤੂੰ ਦਾ ਪਾਠ ਪਕਾਇਆ ਮੁੱਕਿਆ ਮੈਂ ਦਾ ਰੋਲਾ। ਸੁਬਹਾਨ ਅੱਲਾ। ਇਹ ਦੋ ਮਿਸਰੇ ਸਿਰਫ ਅਲਫਾਜ਼ ਦਾ ਮਜਮੂਆ ਨਹੀਂ ਨੇ, ਇਹ ਹਜ਼ਰਤ ਫਕੀਰ ਤਾਬਿਸ਼ ਕਮਾਲ ਦੀ ਹਿਕਮਤ ਔਰ ਉਨ੍ਹਾਂ ਦੇ ਰੂਹਾਨੀ ਤਜਰਬੇ ਦਾ ਮੁਕੰਮਲ ਨਿਚੋੜ ਨੇ। ਇਨ੍ਹਾਂ ਚੰਦ ਲਫ਼ਜ਼ਾਂ ਦੇ ਅੰਦਰ ਇੱਕ ਪੂਰੇ ਦਾ ਪੂਰਾ ਰੂਹਾਨੀ ਸਫ਼ਰ ਬੰਦ ਹੈ। ਲੈਟਸ ਡਾਈਵ ਇਨਟੂ ਦਿਸ। ਚਲੋ ਇਸ ਕਲਾਮ ਦੇ ਪਹਿਲੇ ਹਿੱਸੇ ਵੱਲ ਚਲਦੇ ਹਾਂ, ਨਫਸ ਦਾ ਲਿਬਾਸ ਉਤਾਰਨਾ, ਜੋ ਕਿ ਰੂਹਾਨੀ ਸਫ਼ਰ ਦਾ ਸਭ ਤੋਂ ਪਹਿਲਾ ਕਦਮ ਹੈ। ਹੁਣ ਇੱਥੇ ਨਫਸ ਤੋਂ ਕੀ ਮੁਰਾਦ ਆਏ? ਉਹ ਅਨਾ, ਦੁਨਿਆਵੀ ਖਵਾਇਸ਼ਾਤ ਔਰ ਮਾਦੀ ਜ਼ਰੂਰੀਆਤ ਨੇ ਜੋ ਇਨਸਾਨੀ ਰੂਹ ਨੂੰ ਅੱਲਾ ਦੀ ਯਾਦ ਤੋਂ ਮੁਕੰਮਲ ਗਾਫਿਲ ਕਰ ਦਿੰਦੀਆਂ ਨੇ। ਜ਼ਰਾ ਸੋਚੋ, ਇਹ ਨਫਸ ਇੱਕ ਐਸੇ ਭਾਰੀ ਔਰ ਤੰਗ ਲਿਬਾਸ ਦੀ ਤਰ੍ਹਾਂ ਹੈ ਜਿਸ ਨੇ ਰੂਹ ਨੂੰ ਜਕੜ ਕੇ ਰੱਖਿਆ ਹੈ, ਜਿਵੇਂ ਕੋਈ ਬਹੁਤ ਭਾਰੀ ਵਜ਼ਨ ਚੁੱਕਿਆ ਹੋਵੇ। ਇਹ ਲਿਬਾਸ ਅੰਦਰੂਨੀ ਤੌਰ ਤੇ ਅੱਗੇ ਵਧਣ ਨਹੀਂ ਦਿੰਦਾ ਔਰ ਇਨਸਾਨ ਬਸ ਮਾਦੀ ਦੁਨੀਆ ਦੇ ਸ਼ੋਰ ਵਿੱਚ ਫਸ ਕੇ ਰਹਿ ਜਾਂਦਾ ਹੈ। ਜਦੋਂ ਤੱਕ ਇਹ ਭਾਰੀ ਲਿਬਾਸ ਪਾਇਆ ਹੋਇਆ ਹੈ, ਰੂਹ ਕਦੀ ਆਜ਼ਾਦ ਨਹੀਂ ਹੋ ਸਕਦੀ। ਜਿਵੇਂ ਇੱਥੇ ਲਿਖਿਆ ਹੈ, ਨਫਸ ਦੀਆਂ ਪੋਸ਼ਾਕਾਂ ਲਾ ਕੇ ਦਾ ਸਿੱਧਾ ਜਿਹਾ ਮਤਲਬ ਹੈ ਪੂਰੀ ਤਰ੍ਹਾਂ ਉਤਾਰ ਸੁੱਟਣਾ। ਇਹ ਬਹੁਤ ਅਹਿਮ ਪੁਆਇੰਟ ਹੈ ਕਿਉਂਕਿ ਇਹ ਲਿਬਾਸ ਆਪਣੇ ਆਪ ਜਾਂ ਵਕਤ ਗੁਜ਼ਰਨ ਨਾਲ ਕਦੀ ਨਹੀਂ ਲੱਥਣਾ। ਇਸ ਮਕਸਦ ਲਈ ਇੱਕ ਸਰਗਰਮ ਲਗਾਤਾਰ ਜਿੱਦੋ-ਜਹਿਦ ਚਾਹੀਦੀ ਹੈ। ਖੁਦਗਰਜ਼ੀ, ਲਾਲਚ ਔਰ ਦੁਨੀਆ ਦੀ ਮੁਹੱਬਤ ਦੀਆਂ ਜੋ ਸਾਡੀਆਂ ਪੁਰਾਣੀਆਂ ਪੜਤਾਂ ਨੇ ਨਾ, ਉਹਨਾਂ ਨੂੰ ਖੁਦ ਆਪਣੇ ਪੁਖਤਾ ਇਰਾਦੇ ਨਾਲ ਉਤਾਰਨਾ ਪੈਂਦਾ ਹੈ। ਇਹ ਕੋਈ ਆਸਾਨ ਕੰਮ ਨਹੀਂ, ਮੁਕੰਮਲ ਦਿਆਨਤਦਾਰੀ ਮੰਗਦਾ ਹੈ। Let's move to and see how this builds. ਆਓ ਦੇਖਦੇ ਹਾਂ ਕਿ ਇਹ ਅਗਲੇ ਮਰਹਲੇ ਨਾਲ ਕਿਵੇਂ ਜੁੜਦਾ ਹੈ। ਇਸ਼ਕ ਦਾ ਚੋਲਾ ਯਾਨੀ ਜ਼ਾਤੇ ਹਕੀਕੀ ਨੂੰ ਅਪਣਾਣਾ। ਜਦੋਂ ਅਸੀਂ ਇੱਥੇ ਇਸ਼ਕ ਦਾ ਲਫ਼ਜ਼ ਵਰਤਦੇ ਹਾਂ ਤੇ ਹਜ਼ਰਤ ਫਕੀਰ ਤਾਬਿਸ਼ ਕਮਾਲ ਦਾ ਇਸ਼ਾਰਾ ਦੁਨੀਆ ਵਾਲਿਆਂ ਆਮ ਇਸ਼ਕ ਜਾਂ ਜਜ਼ਬੇ ਵੱਲ ਬਿਲਕੁਲ ਨਹੀਂ ਹੈ। ਇਹ ਇੱਕ ਖਾਲਿਸ, ਬੇਲੌਸ ਔਰ ਆਲਾ ਰੂਹਾਨੀ ਇਸ਼ਕ ਹੈ, ਯਾਨੀ ਇਸ਼ਕ ਹਕੀਕੀ। ਇਹ ਇੱਕ ਐਸਾ ਜਾਦੂ ਅਸਰ ਔਰ ਨੂਰਾਨੀ ਲਿਬਾਸ ਹੈ ਜੋ ਰੂਹ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ ਔਰ ਉਸ ਨੂੰ ਬੁਲੰਦੀਆਂ ਤੇ ਲੈ ਜਾਂਦਾ ਹੈ। ਅਸਲ ਵਿੱਚ ਇਹੋ ਇਸ਼ਕ ਹੀ ਰੂਹ ਦਾ ਅਸਲੀ ਮੁਹਾਫਿਜ਼ ਹੈ ਜੋ ਉਸ ਨੂੰ ਹਰ ਕਿਸਮ ਦੀ ਬੁਰਾਈ ਤੋਂ ਬਚਾ ਕੇ ਰੱਖਦਾ ਹੈ। ਐਂਡ ਦਿਸ ਬ੍ਰਿਲੀਅੰਟਲੀ ਇਲਸਟ੍ਰੇਟਸ ਆ ਸੱਚੀ ਹਕੀਕਤ ਨੂੰ ਪਾਇਆ ਇਸ਼ਕ ਦਾ ਚੋਲਾ, ਯਾਨੀ ਇਸ਼ਕ ਦਾ ਚੋਲਾ ਜਾਂ ਰੂਹਾਨੀ ਲਿਬਾਸ ਪਹਿਨ ਲਿਆ ਗਿਆ ਹੈ। ਪਰ ਯਾਦ ਰੱਖਣ ਵਾਲੀ ਗੱਲ ਕੀ ਹੈ ਕਿ ਇਹ ਨਵਾਂ ਚੋਲਾ ਸਿਰਫ ਔਰ ਸਿਰਫ ਉਸ ਵਕਤ ਪਾਇਆ ਜਾ ਸਕਦਾ ਹੈ ਜਦੋਂ ਨਫਸ ਦੀਆਂ ਪੁਰਾਣੀਆਂ ਪੋਸ਼ਾਕਾਂ ਪੂਰੀ ਤਰ੍ਹਾਂ ਉਤਾਰ ਦਿੱਤੀਆਂ ਜਾਣ। ਅਨਾ ਔਰ ਇਸ਼ਕ ਹਕੀਕੀ ਇਹ ਦੋਵੇਂ ਇੱਕੋ ਦਿਲ ਵਿੱਚ ਕਦੀ ਇਕੱਠੇ ਨਹੀਂ ਰਹਿ ਸਕਦੇ। ਨਵੇਂ ਲਿਬਾਸ ਲਈ ਪੁਰਾਣੇ ਨੂੰ ਮੁਕੰਮਲ ਤੌਰ ਤੇ ਹਟਾਉਣਾ ਲਾਜ਼ਮੀ ਸ਼ਰਤ ਹੈ। ਤੇ ਸਫ਼ਰ ਇਥੇ ਰੁਕਦਾ ਨਹੀਂ, ਅਗਲਾ ਮਰਹਲਾ ਆਂਦਾ ਹੈ, ਜ਼ਿਕਰ ਹਕ ਯਾਨੀ ਮੁਸਲਸਲ ਯਾਦ ਦਾ ਅਮਲ। ਹਰਦਮ ਤੂੰ ਦਾ ਪਾਠ ਪਕਾਇਆ। ਹਰ ਦਮ ਦਾ ਮਤਲਬ ਹੈ ਹਰ ਇੱਕ ਸਾਹ ਦੇ ਨਾਲ, ਲਿਟਰਲੀ ਹਰ ਲਮਹਾ। ਇਹ ਲਾਈਨ ਦੱਸਦੀ ਹੈ ਕਿ ਉਸ ਜ਼ਾਤੇ ਹਕੀਕੀ ਦਾ ਜ਼ਿਕਰ ਔਰ ਧਿਆਨ ਕਿਤਨੀ ਸ਼ਿੱਦਤ ਨਾਲ ਕਰਨਾ ਪੈਂਦਾ ਹੈ। ਤੂਣ ਯਾਨੀ ਤੂੰ ਹੀ ਤੂੰ, ਇਹ ਅੱਲਾ। ਹਰ ਸਾਹ ਦੇ ਨਾਲ ਦਿਲ ਔਰ ਦਿਮਾਗ ਨੂੰ ਸਿਰਫ ਇੱਕ ਸੱਚੀ ਹਕੀਕਤ ਵੱਲ ਮਰਕੂਜ਼ ਕਰਨਾ ਹੁੰਦਾ ਹੈ ਔਰ ਇਸ ਸਬਕ ਨੂੰ ਇੰਨਾ ਪੁਖਤਾ, ਇੰਨਾ ਪਕਾਇਆ ਜਾਂਦਾ ਹੈ ਔਰ ਮੈਂ ਦਾ ਫਰਕ ਕਿੰਨਾ ਵਾਜ਼ੇ ਕੀਤਾ ਗਿਆ ਹੈ।
ਤੂੰ ਯਾਨੀ ਜ਼ਾਤੇ ਹਕੀਕੀ ਜੋ ਹਮੇਸ਼ਾ ਰਹਿਣੇ ਵਾਲੀ ਹੈ, ਪੂਰੀ ਤਰ੍ਹਾਂ ਕਾਮਿਲ ਹੈ, ਤੇ ਦੂਜੇ ਪਾਸੇ ਮੈਂ ਯਾਨੀ ਇਨਸਾਨੀ ਅਨਾ ਜੋ ਸਿਰਫ ਇੱਕ ਧੋਖਾ ਹੈ, ਇੱਕ ਆਰਜ਼ੀ ਹਾਲਤ ਹੈ। ਤਸੱਵੁਫ ਦਾ ਬੁਨਿਆਦੀ ਅਸੂਲ ਇਹੋ ਦੱਸਦਾ ਹੈ ਕਿ ਜਦੋਂ ਰੂਹ ਤੂੰ ਨੂੰ ਮੁਕੰਮਲ ਤੌਰ ਤੇ ਅਪਣਾ ਲੈਂਦੀ ਹੈ ਤੇ ਮੈਂ ਦੀ ਵਜੂਦੀਅਤ ਔਰ ਇਸ ਦਾ ਫਜ਼ੂਲ ਸ਼ੋਰ ਆਪੇ ਹੀ ਮਿਟ ਜਾਂਦਾ ਹੈ। ਔਰ ਇਹੋ ਅਜ਼ੀਮ ਕਲਾਮ ਦੀ ਆਖਰੀ ਔਰ ਸਭ ਤੋਂ ਖੂਬਸੂਰਤ ਲਾਈਨ ਹੈ, ਮੁੱਕਿਆ ਮੈਂ ਦਾ ਰੋਲਾ। ਹਜ਼ਰਤ ਫ਼ਕੀਰ ਤਾਬਿਸ਼ ਕਮਾਲ ਦੀ ਇਸ ਤਾਲੀਮ ਦਾ ਨਤੀਜਾ ਕੋਈ ਮਾਦੀ ਇਨਾਮ ਨਹੀਂ ਹੈ, ਬਲਕਿ ਇੱਕ ਬਹੁਤ ਗਹਿਰਾ ਅੰਦਰੂਨੀ ਸਕੂਨ ਹੈ। ਜਦੋਂ ਉਸ ਜ਼ਾਤੇ ਹਕੀਕੀ ਨੂੰ ਪੂਰੀ ਤਰ੍ਹਾਂ ਮੰਨ ਲਿਆ ਜਾਂਦਾ ਹੈ ਤੇ ਖੁਦਗਰਜ਼ੀ ਔਰ ਅਨਾ ਦਾ ਸਾਰਾ ਸ਼ੋਰ-ਓ-ਗੁਲ ਔਰ ਅੰਦਰੂਨੀ ਕਸ਼ਮਕਸ਼ ਦਾ ਰੋਲਾ ਹਮੇਸ਼ਾ ਲਈ ਮੁੱਕ ਜਾਂਦਾ ਹੈ। ਪਿੱਛੇ ਸਿਰਫ ਸੱਚੀ ਖਾਮੋਸ਼ੀ ਔਰ ਖੁਦਾ ਦੀ ਪਾਕ ਜ਼ਾਤ ਬਚੀ ਰਹਿ ਜਾਂਦੀ ਹੈ। ਇਸ ਸਭ ਨੂੰ ਸਮਝਣ ਤੋਂ ਬਾਅਦ ਇੱਕ ਬਹੁਤ ਅਹਿਮ ਸਵਾਲ ਸਾਹਮਣੇ ਆਂਦਾ ਹੈ, ਇਨਸਾਨ ਆਪਣੀ ਇਸ ਅਨਾ ਔਰ ਨਫਸ ਦੇ ਭਾਰੀ ਲਿਬਾਸ ਨੂੰ ਉਤਾਰਨਾ ਕਿਵੇਂ ਸ਼ੁਰੂ ਕਰੇ ਤਾਂ ਜੋ ਸੱਚੀ ਅੰਦਰੂਨੀ ਖਾਮੋਸ਼ੀ ਹਾਸਿਲ ਹੋ ਸਕੇ। ਇਸ ਕਲਾਮ ਦੀ ਰੋਸ਼ਨੀ ਵਿੱਚ ਇਹ ਗੱਲ ਪੂਰੀ ਤਰ੍ਹਾਂ ਵਾਜ਼ਿਹ ਹੈ ਕਿ ਇਹ ਸਿਰਫ ਗੱਲਾਂ ਨਹੀਂ ਨੇ, ਬਲਕਿ ਇੱਕ ਅਮਲੀ ਰਾਸਤਾ ਹੈ, ਇੱਕ ਬਹੁਤ ਖੂਬਸੂਰਤ ਰੂਹਾਨੀ ਸਫ਼ਰ ਹੈ। ਔਰ ਇਹੀ ਵੱਡੀ ਸੋਚ ਅੱਜ ਗੌਰ ਕਰਨ ਲਈ ਸਾਹਮਣੇ ਆਂਦੀ ਹੈ। ਇਸ ਸੱਚੀ ਖਾਮੋਸ਼ੀ ਨੂੰ ਲੱਭਣ ਲਈ ਆਪਣਾ ਪਹਿਲਾ ਕਦਮ ਜ਼ਰੂਰ ਚੁੱਕਣਾ ਚਾਹੀਦਾ ਹੈ। ਅੱਲਾ ਹਾਫਿਜ਼।